ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜੀਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਬਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਤੀਜਾ। ਕਾਚਾ ਧਨ ਸੰਚਹਿ ਮੂਰਖ ਗਾਵਾਰ, ਮਨ ਮੁਖ ਭੂਲੇ ਅੰਧ ਅੰਧਾਰ। ਕਾਚਾ ਧਨ ਸੰਚਹਿ ਮੂਰਖ ਗਾਵਾਰ, ਮਨ ਮੁਖ ਭੂਲੇ ਅੰਧ ਗਾਵਾਰ। ਬਿਖਿਆ ਕੈ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਚਾ ਧਨ ਗੁਰਮਤਿ ਪਾਏ, ਕਾਚਾ ਧਨ ਭੁਨ ਆਵੈ ਜਾਏ। ਰਹਾਉ ਮਨ ਮੁਖ ਭੂਲੇ ਸਭ ਮਰਹਿ ਗਵਾਰ, ਭਵ ਜਲ ਡੂਬੇ ਨਾਉ ਵਾਰ ਨਾ ਪਾਰ। ਸਤਿਗੁਰ ਭੇਟੈ ਪੂਰੈ ਭਾਗ, ਸੱਚ ਰਤੇ ਅਹਨਸ ਬੈਰਾਗ। ਚਾਹੋ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰਾ ਭਾਗ ਹਰ ਨਾਮ ਸਮਾਣੀ। ਸਿੱਧ ਸਾਧਕ ਤਰਸ ਸਭ ਲੋਏ, ਪੂਰਾ ਭਾਗ ਪ੍ਰਾਪਤ ਹੋਏ। ਸਭ ਕਿਛ ਸਾਚਾ ਸਾਚਾ ਹੈ ਸੋਏ, ਉਤਮ ਬ੍ਰਹਮ ਪਛਾਨੈ ਕੋਏ। ਸੱਚ ਸਾਚਾ ਸੱਚ ਆਪ ਦ੍ਰਿੜਾਏ, ਨਾਨਕ ਆਪੇ ਵੇਖੈ ਆਪੇ ਸੱਚ ਲਾਏ। ਸੱਚ ਸਾਚਾ ਸੱਚ ਆਪ ਦ੍ਰਿੜਾਏ, ਨਾਨਕ ਆਪੇ ਵੇਖੈ ਆਪੇ ਸੱਚ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਿਕ, ਰਾਜਾ ਰਾਜ ਭਾਨਾਨ ਭਾਨ ਦੇਵਾਨ ਦੇਵ, ਉਪਮਾ ਮਹਾਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਡਭਾਗੇ ਹਾਂ ਜੋ ਗੁਰੂ ਕਿਰਪਾ ਦੁਆਰਾ ਸਤ ਸੰਗਤ ਦੀਆਂ ਘੜੀਆਂ ਨੂੰ ਮਾਣ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਿਹਾ। ਭਗਤ ਕਬੀਰ ਸਾਹਿਬ ਜੀ ਦਾ ਪਾਵਨ ਫਰਮਾਨ ਹੈ, ਕਬੀਰ ਏਕ ਘਰੀ ਆਦਿ ਘਰੀ, ਆਦਿ ਹੂੰ ਤੇ ਆਦ, ਭਗਤਨ ਸਿਤੇ ਗੋਸ਼ਟੇ ਜੋ ਕੀਨੇ ਸੋ ਲਾਭ। ਕਿਨਕਾ ਇੱਕ ਜਿਸ ਜੀਵ ਸਾਵੈ ਤਾਕੀ ਮਹਿਮਾ ਗਣੀ ਨਾ ਆਵੈ। ਇੱਕ ਕਿਨਕਾ ਮਾਤਰ ਵੀ ਸਤ ਸੰਗਤ ਦੇ ਵਿੱਚ ਆ ਕੇ
ਅੱਧੀ ਤੋਂ ਅੱਧੀ ਘੜੀ ਵੀ ਜਿਹੜੀ ਆ ਨਸੀਬ ਹੋ ਜਾਵੇ ਤਾਂ ਉਹ ਸਾਡੇ ਵੱਡੇ ਭਾਗ ਨੇ। ਤੇ ਉਹ ਭਾਗ ਬਿਨ ਭਾਗਾਂ ਸਤ ਸੰਗਤ ਨਾਲ ਲੱਭੈ, ਮਿਲ ਸੰਗਤ ਮੈਲ ਭਰੀਜੈ ਜਿਉ। ਇਹ ਸਾਡੇ ਭਾਗ ਨੇ। ਅਸੀਂ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹਾਂ। ਮੇਰੇ ਗੁਰਦੇਵ ਨੇ ਅੱਜ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਪਾਵਨ ਹੁਕਮ ਬਖਸ਼ ਕੀਤਾ, ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਹੁਕਮ ਰੂਪ ਦੇ ਵਿੱਚ ਸ਼ਬਦ ਹੈ, ਜਿਸ ਦੇ ਧਨਾਸਰੀ ਰਾਗ ਦੇ ਅੰਦਰ ਸੁਭਾਏਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਨੰਬਰ 665 ਅਤੇ 66 ਉੱਪਰ ਸੁਭਾਏਮਾਨ ਹੈ, ਜਿਨ੍ਹਾਂ ਬਾਰੇ ਗੁਰੂ ਸਾਹਿਬ ਨੂੰ ਭੱਟਾ ਨੇ ਇਸ ਤਰ੍ਹਾਂ ਉਸਤਤ ਕੀਤੀ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਸਾਹਿਬ ਅੱਜ ਦੇ ਸ਼ਬਦ ਦੇ ਵਿੱਚ ਸਾਨੂੰ ਕੀ ਸਮਝਾਉਣਾ ਕਰਦੇ ਨੇ? ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਜਿੰਨੀ ਵੀ ਸਤਿਗੁਰੂ ਜੀ ਨੇ ਸਾਨੂੰ ਸੋਝੀ ਦਿੱਤੀ ਹੈ, ਉਸ ਦੀ ਵਿਚਾਰ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਕਰਨ ਦਾ ਯਤਨ ਕਰਾਂਗੇ। ਜਿਤਨੇ ਵੀ ਸਰੀਰ ਜੁੜ ਮਿਲ ਬੈਠੇ ਹੋ, ਬੜੇ ਹੀ ਅੰਤਰ ਧਿਆਨ ਹੋ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦੇ ਜੀਵਨ ਦੇ ਦੋ ਪੱਖ ਨੇ। ਇੱਕ ਪੱਖ ਹੈ ਕੁਝ ਖਾ ਲਿਆ, ਪੀ ਲਿਆ, ਹੰਢਾ ਲਿਆ। ਕੀ ਇਹੀ ਜੀਵਨ ਹੈ, ਜਾਂ ਇਹਦੇ ਜੀਵਨ ਦਾ ਕੋਈ ਹੋਰ ਵੀ ਮਨੋਰਥ ਹੈ? ਦੂਜਾ ਜੀਵਨ ਦਾ ਪੱਖ ਹੈ, ਇਸ ਦਾ ਜਿਹੜਾ ਜੀਵਨ ਹੈ ਨਾ, ਉਹ ਕਿਸੇ ਕੰਮ ਲਈ ਹੈ। ਮਨੁੱਖ ਇੱਥੇ ਵਪਾਰ ਕਰਨ ਦੇ ਲਈ ਆਇਆ। ਹਰ ਕੇ ਨਾਮ ਕੇ ਵਪਾਰੀ, ਹੀਰਾ ਹਾਥ ਚੜਿਓ ਨਿਰਮੋਲਕ, ਛੂਟ ਗਈ ਸੰਸਾਰੀ। ਗੁਰੂ ਸਾਹਿਬ ਕਹਿੰਦੇ ਖਾਣਾ ਪੀਣਾ, ਹੱਸਣਾ ਸੌਣਾ, ਬਿਸਰ ਗਿਆ ਹੈ ਮਰਨਾ। ਖਾਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਪ੍ਰਾਨੀ ਏਕੋ ਨਾਮ ਤੇ ਆਵੋ, ਆਪਣੀ ਪਤ ਸੇਤੀ ਕਰ ਜਾਵੋ। ਤੇਰੇ ਜੀਵਨ ਦਾ ਪੱਖ ਇਹ ਆ। ਇਹ ਨਹੀਂ ਕੁਝ ਖਾ ਲਿਆ, ਪੀ ਲਿਆ, ਹੰਢਾ ਲਿਆ ਜੀਵਨ ਦਾ। ਮਨੁੱਖ ਨੇ ਆਪਣੇ ਸਰੀਰ ਨੂੰ ਸੁੰਦਰ ਬਣਾਉਣ ਦੇ ਲਈ ਬਹੁਤ ਯਤਨ ਕੀਤੇ। ਮਨੁੱਖ ਆਪਣੇ ਸਰੀਰ ਨੂੰ ਖੁਰਾਕ ਦਿੰਦਾ ਪਿਆ, ਆਪਣੇ ਸਰੀਰ ਨੂੰ ਰਹਿਣ ਵਾਸਤੇ, ਸੁੱਖ ਭੋਗਣ ਵਾਸਤੇ ਇਸ ਨੇ ਸੁੰਦਰ ਮਹਿਲ, ਮਾੜੀਆਂ, ਉਸ ਦੇ ਵਿੱਚ ਸੁੰਦਰ ਬੈੱਡ, ਸਾਰੇ ਸਹੂਲਤ, ਸਰੀਰ ਨੂੰ ਗਰਮੀ ਤੋਂ ਸਰਦੀ ਤੋਂ ਬਚਣ ਵਾਸਤੇ ਵੱਖ-ਵੱਖ ਤਰ੍ਹਾਂ ਦੇ ਨੇ ਉਪਕਰਨ ਵੀ ਜਿਹੜੇ ਲਗਾਏ। ਪਰ ਇਹਦੇ ਘਰ ਦੇ ਅੰਦਰ ਜਿਹੜਾ ਇਹਦਾ ਸਰੀਰ ਰੂਪੀ ਘਰ ਸੀ, ਇਸ ਨੂੰ ਸਵਾਰਨ ਵੱਲ ਨਹੀਂ ਧਿਆਨ ਦਿੱਤਾ। ਅੰਦਰ ਦੀ ਗੱਲ ਕਰ ਰਹੇ, ਬਾਹਰੀ ਸਰੀਰ ਨੂੰ ਤਾਂ ਇਸ ਨੇ ਸਵਾਰਿਆ, ਕਿਉਂਕਿ ਇਸ ਦਾ ਗੁਰੂ ਸਾਹਿਬ ਨੇ ਕਿਹਾ ਹਾੜ ਮਾਸ ਨਾਰੀ ਕੋ ਪਿੰਜਰ, ਪੰਖੀ ਵਸਣ ਚਲਾ। ਇਹ ਤਾਂ ਇੱਕ ਦਿਨ ਮਿੱਟੀ ਹੋ ਜਾਣਾ। ਪੰਜਾਂ ਤੱਤਾਂ ਦਾ ਸਰੀਰ ਹੈ ਜੋ ਅਸੀਂ ਦੇਖਦੇ ਹਾਂ ਸੰਸਾਰ ਦੇ ਉੱਤੇ। ਮਨੁੱਖ ਆਪਣੇ ਘਰ ਨੂੰ ਬੜਾ ਸੁੰਦਰ ਬਣਾਉਣਾ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਇਹਨੇ ਵੀ ਇੱਕ ਦਿਨ ਵਿੰਸ ਜਾਣਾ। ਸਾਹਿਬ ਕਹਿੰਦੇ ਜਗ ਦੀ ਰਚਨਾ ਹੀ ਐਸੇ ਤਰ੍ਹਾਂ ਹੋਈ ਹੈ, ਜੈਸੇ ਜਲ ਤੇ ਬੁੱਧ ਦਾ ਉਪਜੈ ਵਿਣਸੈ ਨੀਤ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨਮੀਤ। ਫਿਰ ਕਾਦੇ ਲਈ ਤੇਰੇ ਜੀਵਨ ਦਾ ਪੱਖ ਕੀ ਸੀ? ਇਹ ਵਪਾਰ ਕਰਨ ਆਇਆ ਸੀ। ਹਰ ਕੇ ਨਾਮ ਕੇ ਵਪਾਰੀ, ਭਈ ਪ੍ਰਾਪਤ ਮਾਨੁਖ ਦੇਹਰਿਆ, ਗੋਬਿੰਦ ਮਿਲਨ ਕੀਏ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਮ ਲਾਗ ਭਵਜਲ ਤਰਨ ਕੇ, ਜਨਮ ਬਿਰਥਾ ਜਾਤ ਰੰਗ ਮਾਇਆ। ਇਸ ਨੇ ਮਾਇਆ ਦੇ ਰੂਪੀ ਰੰਗਾਂ ਦੇ ਵਿੱਚ ਆਪਣੇ ਜੀਵਨ ਨੂੰ ਖਸਮ ਵਿਸਾਰ ਖੁਆਰੀ ਕੀਤੀ ਤੇ ਇਸ ਨੇ ਕੱਚੇ ਧਨ ਦਾ ਵਪਾਰ ਕਰਨਾ ਸ਼ੁਰੂ ਕੀਤਾ। ਇਸ ਨੇ, ਅਸੀਂ ਜਾਣਦੇ ਹਾਂ ਨਾ ਵੀ ਸਾਨੂੰ ਪੈਸੇ ਧਨ ਦੌਲਤ ਦੀ ਬੜੀ ਲੋੜ ਹੁੰਦੀ ਹੈ, ਕਿਉਂਕਿ ਇਸ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ। ਧਨ ਦੌਲਤ ਗੁਰੂ ਸਾਹਿਬ ਜੀ ਅੱਜ ਸਾਨੂੰ ਸਮਝਾਉਂਦੇ ਨੇ, ਕੱਚਾ ਧਨ ਸੰਚੈ ਮੂਰਖ ਗਾਵਾਰ। ਇਹ ਦੁਨੀਆ ਦੇ ਜਿਹੜੇ ਤੂੰ
ਧਨ ਨੂੰ ਵੇਖਦਾ ਪਿਆ ਇਹ ਬਿਨਸਨਹਾਰ ਹੈ, ਇਹਨੇ ਤੇਰੇ ਨਾਲ ਨਹੀਂ ਜਾਣਾ। ਤੇ ਇੱਕ ਪਾਸੇ ਦੂਸਰਾ ਪਾਖਾ ਸੰਸਾਰਕ ਜੀਵਨ ਦਾ। ਹੁਣ ਭਗਤੀ ਫਿਰ ਕੀਤੀ ਕਿਵੇਂ ਜਾਵੇ? ਪਰਮਾਤਮਾ ਤੇਰਾ ਨਾਮ ਜਪਣਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਭੁੱਖੇ ਭਗਤ ਨਾ ਕੀਜੈ, ਜੈ ਮਾਲਾ ਆਪਣੀ ਲੀਜੈ। ਹੁਣ ਇੱਕ ਪਾਸੇ ਸਰੀਰ ਦੇ ਵਿੱਚ ਭੁੱਖ ਮਰੀ ਆ, ਮੈਂ ਸਰੀਰ ਨੂੰ ਸੁੰਦਰ ਬਣਾਉਣ ਦਾ ਕਿਵੇਂ ਯਤਨ ਕਰਾਂ? ਇੱਕ ਪਾਸੇ ਤਾਂ ਮੇਰੇ ਸਰੀਰ ਦੇ ਵਿੱਚ ਖਾਣ ਨੂੰ ਅੰਨ ਨਹੀਂ। ਤੇ ਭਗਤ ਧੰਨਾ ਸਾਹਿਬ ਜੀ ਨੇ ਵੀ ਸਾਰੀਆਂ ਵਸਤੂਆਂ ਮੰਗੀਆਂ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਜਿਹੜੇ ਤੇਰੀ ਭਗਤੀ ਕਰਦੇ ਨੇ ਤੂੰ ਉਹਨਾਂ ਦੇ ਕਾਜ ਸਵਾਰਨਾ। ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪਨੀਆਂ ਸਾਧਨ ਨੀਕਾ, ਅਨਾਜ ਮੰਗੋ ਸਤ ਸੀਕਾ। ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਚੁਰੀ ਚੰਗੇਰੀ। ਘਰ ਕੀ ਗੀਹਣ ਚੰਗੀ, ਜਨ ਧੰਨਾ ਲੈਵੇ ਮੰਗੀ। ਮੈਨੂੰ ਇੱਕ ਸਵਾਣੀ ਨਾਰ ਵੀ ਚਾਹੀਦੀ ਆ ਮੇਰੇ ਘਰ ਨੂੰ ਸੁੰਦਰ ਬਣਾਉਣ ਵਾਸਤੇ। ਮੈਨੂੰ ਦੁੱਧ ਵਾਸਤੇ ਜਿਹੜੀ ਆ ਗਊ ਵੀ ਚਾਹੀਦੀ ਆ। ਜੇਕਰ ਮੇਰੇ ਅੰਦਰ ਭੁੱਖ ਮਾਰੀ ਹੈ ਤਾਂ ਮੈਂ ਤੇਰਾ ਨਾਮ ਨਹੀਂ ਜਪ ਸਕਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸ਼੍ਰੀ ਰਾਗ ਦੇ ਵਿੱਚ ਨਾ ਪਹਿਲਾ ਸ਼ਬਦ ਆਉਂਦਾ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿਤਨੇਮ ਦੀਆਂ ਬਾਣੀਆਂ ਤੋਂ ਬਾਅਦ 13 ਅੰਗ ਤੋਂ ਪਹਿਲਾ ਸ਼ਬਦ ਆਉਂਦਾ, ਮੋਤੀ ਤਾਂ ਮੰਦਰ ਉਸਰ ਹੈ, ਰਤਨੀ ਤਾਂ ਹੋ ਹੈ ਜੜਾਓ। ਕਸਤੂਰ ਕੁੰਗੂ ਅਗਨ ਚੰਦਨ, ਲੀਪ ਆਵੇ ਚਾਓ। ਸਾਹਿਬ ਕਹਿੰਦੇ ਮੈਨੂੰ ਮੋਤੀਆਂ ਭਰੇ ਮਹਿਲ ਵੀ ਦੇ, ਸਾਰਾ ਸੁੰਦਰ। ਜੇ ਮੈਂ ਸਰੀਰ ਨੂੰ ਸੁੰਦਰ ਬਣਾਉਣਾ ਤਾਂ ਮੈਨੂੰ ਮਹਿਲ ਮਾੜੀਆਂ ਵਿੱਚ ਵੀ ਰਹਿਣ ਦੇ। ਮੈਨੂੰ ਸੁੱਖ ਸਹੂਲਤਾਂ ਚਾਹੀਦੀਆਂ, ਤੇਰਾ ਨਾਮ ਜਪਿਆ ਜਾ। ਤੇ ਮੈਨੂੰ ਉਹ ਦੇ ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ। ਕਸਤੂਰ ਕੁੰਗੂ ਅਗਨ ਚੰਦਨ, ਲੀਪ ਆਵੇ ਚਾਓ। ਮਤ ਦੇਖ ਭੂਲਾ ਵਿਸਰ, ਪਰ ਇੱਕ ਕਿਰਪਾ ਕਰਦੀ ਤੇਰਾ ਚਿੱਤ ਨਾ ਆਵੇ ਨਾ। ਬਾਬਾ ਕਬੀਰ ਸਾਹਿਬ ਜੀ ਦਾ ਪਾਵਨ ਫਰਮਾਨ ਅਸੀਂ ਪੜ੍ਹਦੇ ਆ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਮਹਿਲਾਂ ਦੇ ਵਿੱਚ ਨਾ ਪਰਮਾਤਮਾ ਦੀ ਸਿਫਤ ਨਹੀਂ ਕੀਤੀ ਜਾਂਦੀ, ਜਾਂ ਉਹਨਾਂ ਦੇ ਅੰਦਰ, ਉਹਨਾਂ ਘਰਾਂ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ ਨਾ। ਕਬੀਰ ਜਹ ਕਰ ਸਾਧਨਾ ਸੇਵੀ ਹੈ, ਹਰ ਕੀ ਸੇਵਾ ਨਾਹੇ। ਤੇ ਘਰ ਮਰ ਹਟ ਸਾਰਖੇ, ਭੂਤ ਵਸੇ ਤਨ ਮਾਹੇ। ਬਾਬਾ ਕਬੀਰ ਸਾਹਿਬ ਕਹਿੰਦੇ ਉਹਨਾਂ ਘਰਾਂ ਦੇ ਵਿੱਚ ਰਹਿਣ ਵਾਲੇ ਮਨੁੱਖ ਇੱਕ ਭੂਤਾਂ ਦੀ ਨਿਆਈ ਹੈ, ਕਿਉਂਕਿ ਸਾਡਾ ਜੀਵਨ ਪ੍ਰਮਾਤਮਾ ਤੋਂ ਟੁੱਟਿਆ। ਸਾਡਾ ਜੀਵਨ ਜਿਹੜਾ ਪ੍ਰਮਾਤਮਾ ਦੇ, ਅਸੀਂ ਜਿਹੜੀ ਖੁਰਾਕ ਲੈਣੀ ਸੀ ਸਰੀਰ ਨੂੰ ਸੁੰਦਰ ਬਣਾਉਣ ਦੇ ਵਾਸਤੇ, ਸਾਹਿਬ ਕਹਿੰਦੇ ਜੇਕਰ ਤੇਰੇ ਕੋਲ ਨਾਮ ਦੀ ਖੁਰਾਕ ਆ ਪਰ ਉੱਪਰ ਪਾਟੇ ਕੱਪੜੇ ਆ ਨਾ, ਤਾਂ ਵੀ ਮੇਰੇ ਕੋਲ ਪ੍ਰਵਾਨ ਹੈ। ਸਰੀਰ ਦਾ ਚੋਲਾ ਸਾਹਿਬ ਕਹਿੰਦੇ ਇਹ ਤਾਂ ਬਿਨਸਨਹਾਰ ਹੈ। ਸਾਹਿਬ ਕਹਿੰਦੇ ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ। ਤੇ ਜਿਨ੍ਹਾਂ ਦੇ ਪ੍ਰਮਾਤਮਾ ਦੇ ਰੰਗ ਦੇ ਨਾਲ ਚੋਲੇ ਰੱਤੇ ਗਏ, ਤੇ ਕਿਹੜਾ ਧਨ ਦਾ ਵਪਾਰ ਕਰਾਂ ਕਿ ਉਹ ਪ੍ਰਮਾਤਮਾ ਪ੍ਰਭੂ ਮੇਰੇ ਵਸ ਦੇ ਵਿੱਚ ਆਵੇ। ਕਿਹੜਾ ਸਵਾਲ, ਦੇਖੋ ਸਵਾਲ ਗੁਰੂ ਸਾਹਿਬ ਨੇ ਸਾਨੂੰ ਰੱਖੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਜਦੋਂ ਵਿਚਾਰਾਂਗੇ ਨਾ ਪੜ੍ਹ ਕੇ, ਅੱਜ ਸਾਡੇ ਸਵਾਲ ਪਤਾ ਕਿੱਦਾਂ ਦੇ ਹੁੰਦੇ ਨੇ। ਸਾਨੂੰ ਸਵਾਲ ਕਰਨ ਦੀ ਜਾਚ ਨਹੀਂ ਹੈ। ਦੇਖੋ ਕਿੱਡੀ ਗੁਰੂ ਸਾਹਿਬ ਨੇ ਫਿਲਾਸਫੀ ਦਿੱਤੀ ਕਿ ਜੀਵਨ ਕੈਸਾ ਹੋਣਾ ਚਾਹੀਦਾ ਮਨੁੱਖ ਦਾ, ਤੇ ਕਿਹੜੇ ਧਨ ਦਾ ਵਪਾਰ ਕਰਾਂ, ਕਿਹੜਾ ਮੈਂ ਬੋਲ ਬੋਲਾਂ। ਅਸੀਂ ਸਵਾਲ ਕਰਦੇ ਹਾਂ ਜੀ ਗਿਆਨੀ ਜੀ ਨਿਤਨੇਮ ਕਰਨਾ ਚਾਹੀਦਾ ਕਿ ਨਹੀਂ, ਗਿਆਨੀ ਜੀ ਨਿਤਨੇਮ 3 ਬਾਣੀਆਂ ਦਾ ਕਿ 5 ਬਾਣੀਆਂ ਦਾ, ਮੱਛੀ ਮੀਟ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ। ਇਹ ਸਿਸਟਮ ਆਏ ਆ ਜੀ, ਇੱਥੇ ਆਹ ਗੱਲ ਹੋਣੀ ਚਾਹੀਦੀ ਆ। ਸਾਡੇ ਸਵਾਲ ਇਦਾਂ ਕਦੇ ਹੁੰਦੇ ਆ, ਸਾਡੀ ਸੋਚ ਹੀ ਲੋ ਲੈਵਲ ਤੇ ਆ, ਕਿਉਂਕਿ ਅਸੀਂ ਬਸ ਇੱਥੋਂ ਤੱਕ ਸੋਚਦੇ ਆ ਵੀ ਚਲੋ ਇਹ ਆ। ਹੁਣ ਜਿਹਨੂੰ ਬੰਦੇ ਨੂੰ ਆਪ ਨਹੀਂ ਪਤਾ, ਬਾਣੀ ਤਾਂ ਗੁਰੂ ਸਾਹਿਬ ਕਹਿੰਦੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਜਲ ਨ ਬੁਝੀ ਸੀਤਲ ਹੋਏ ਮਨੁਆ, ਗੁਰ ਕਾ ਦਰਸ਼ਨ ਪਾਏ। ਤੇਰੀ ਅੰਦਰ ਦੀ ਸੀਤਲ ਜਲ ਵਜਾਉਂਦੀ ਹੈ। ਤੇ ਸਾਹਿਬ ਕਹਿੰਦੇ ਜਿਹੜੀ ਬਾਣੀ ਤੋਂ ਟੁੱਟ ਕੇ ਜਿਨ੍ਹਾਂ ਨੂੰ ਕੋਹੜ ਦਾ ਰੋਗ ਹੋ ਜਾਂਦਾ, ਉਦਾਂ ਦੀ ਹਾਲਤ ਹੁੰਦੀ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਰਲਾਏ। ਜਿਵੇਂ ਕੋਹੜ ਦਾ ਰੋਗੀ ਮਰਦਾ ਨਾ, ਜਿਨ੍ਹਾਂ ਦੇ ਸਰੀਰ ਤੇ ਅਸੀਂ ਸਵਾਲ ਕਰਦੇ, ਸਿੱਧਾ ਨੇ ਸਵਾਲ ਦੇਖੋ ਕੈਸੇ ਕਰੇ।
कवन गुरु किसका तू चेला, केड़ा गुरु आ तेरा कौन चेला। सिद्धा ने गुरु साहब ने सवाल किए। तो जपजी साहब दे विच भी पढ़िया कि वो सचियारा होई है कि कूड़ा टुटे पहाड़। साडा जीवन सचियार किवें होवे, साडे ते जिहड़ी आत्मा ते परमात्मा दे विचकार कूड़ दी पंड वो किस तरह खत्म होवे कंध कि वो कूड़ा टुटे पहाड़। ते गुरु साहब कहंदे मोह के बोलन बोली है जिस सुने धरे प्यार, केड़े मूँह दे नाल बोला कि परमात्मा वस दे विच आवे। लालन राविया कवन गतीरी अपने प्रीतम के अति, कि मैं केड़े परमात्मा केड़े बस दे विच आउंदा है, केड़ी जिहड़ी आ परमात्मा नूं केड़े बचन बोल के मैं। बाबा फरीद साहब दा एक श्लोक पढ़दे आ, कवन सो अखर कवन गुण, कवन सो मनिया मंत, कवन सो वेसो हों करी, जित वस आवे कंत। परमात्मा मेरे वस दे विच किदां, केड़े मैं बोल बोला, केड़े मैं परमात्मा दी केड़े ढंग दे नाल मैं पूजा करां। देखो सवाल किड्डे वड्डे ने। असी जे बाणी पढ़ांगे सानू जग्यासू दी जिहड़ी किस्म आ ना वो वड्डे जीवन नूं अपने सवारन दे लई सवाल हुंदे ने। ते गुरु साहब ने एक ही गल कही ना, हुक्म रजाई चलना नानक लिखिया नाल। बस गल तां वड्डी हुक्म दी है ते मनुख नूं हुक्म मनना अज तक नहीं आया। तेरा भाना तू है मनाए जिसनू होए दयाला। साडी तां असीं केवल गुरु साहब अगे अरदास कर सकते हैं कि सच्चे पातशाह सानू तो उस हुक्म रूपी जिहड़ा मनण दी जिहड़ी है साडे अंदर एक सोझी पा दे, सानू बल उद्यम बख्शिश कर दे। ते जिहड़े वख-वख जगह ते गुरु साहब ने जदों मोती दा मंदिर उसरे, रतनी ता होए जड़ाओ कस्तूर कुंगू अगन चंदर ली पावे चाओ, मत देख भूला विसरा तेरा चित न आवे नाओ, हर बिन जियो जल वल मर जाओ, मैं अपना गुरपूछ देखिया अवर नाही ठाओ, धरती ता हीरे लाल जड़ती पलक लाल जड़ाओ, मोहनी मुखमणि सोहे करे रंग पसाओ, मत देख भूला विसरा तेरा चित न आवे नाओ। मैं केड़े परमात्मा सच्चे पातशाह मैनू सब कुछ दे, महल माणियां दे, पर एक तेरा नाम ना भुले। साहिब श्री गुरु रामदास सच्चे पातशाह जी का दरबार लग्या अमृतसर साहब की धरती। गुरु साहब कोल ना एक व्यापारी आया, हुण काचा तन सांचे मूर्ख गवार। देखो की खेड़ वापरती है। कहन लगा सच्चे पातशाह मेरा व्यापार नहीं जे चलता, मैं व्यापारी आ, मेरे घर दे विच मेरे जिहड़े बच्चे आ भुखे मरदे पे। मैं सुनिया गुरु घर दे विच जो भी आउंदा उस दियां झोलियां भर जांदियां। सच्चे पातशाह कहन लगे गुरु नानक साहब जी की कृपा सदका तेरा व्यापार बड़ा चलेगा, क्योंकि गुरु घर दे विच वचन है ना ਉਹਦੀ बड़ी कीमत है। असी अरदास करते हैं ना, साडी अरदास कई बार सोचते हैं पूरी क्यों नहीं पैंदी। साडे मन के अंदर किते ना किते वहम हो जाता है कि पता नहीं काम होना कि नहीं। फिर असी वख वख कच्चे गुरुआं कोल भटकदे आ, जां ओहदे कोल भी जा वड़े उधर भी जा वड़े। अरदास 4 अखरां दा शब्द है जी, आड़ा रारा दद्दा ससा। हुण जे भावना तेरी अरदास दे विच पूरी पैनी आ, पहला की आड़ा अंतरजामी, कट कट के अंतर की जानत भरे बुरे की पीर पछाणत। ते वो तां जदों तेरी जानदा है, बिन बोलिया सब कुछ जानदा है, किस आगे की चरदा तेरे जीवन दे अंदर गुरु साहब तेरी भावना वेखदा है। भावनी भगत पाए कौडी अगर भाग रखै, ताहे गुर सर्व निनान दान देत हैं। इत्थे भावना, इत्थे धन दौलत ये नहीं कोई लख रुपया टेक दे जा मत्था, इत्थे तां फुट्टी कौडी भी प्रवान है। इत्थे तां जिहड़ी है भावें तू खाली हथ आ जावा, पर तेरे जिहड़ा तेरे अंदर दी भावना की कहंदी है, तेरा विश्वास हो गुरु ते किन्ना है। जिहड़ी अरदास मैं पहले नंबर ते है जिसनू करनी हो की सुनदा भी अरदास। साहब कहंदे मानुख की टेक बिरथी सब जान। जे असी बंदियां कोल जाके मंगांगे तां फिर जो असी कच्चे गुरुआं कोल जाने जां झूठे गुरुआं कोल जाने वो लुकाउंदे ने, पर मेरा गुरु कदे किसी तो कुछ नहीं लुकाउंदा।
जे गुरु ने क्या चोर की हामा भरे ना कोई, चोर किया चंगा क्यों होए। गुरु साहब सीधी गल करते ने, किसी नूं लारा नहीं लाउंदे। तेरी अरदास उस सच्चे सतगुरु कोल है जिहड़ी 10 गुरुआं दी जोत है। गुरु ग्रंथ साहिब दी बाणी दे खोज शब्द मिल है जो प्रभ को मिल गए। ते जेड़ा तू धन नूं इत्थे आया, वो धन गुरु साहब ने एक थाल रूपी गुरु ग्रंथ साहिब दी बाणी असी हर रोज सहज पाठ करिए, विचारीए, सानू गुरु दे दर्शन होणगे ते शब्द दे विचों गुरु में जोत ओहा जुगत साए। जो गुरु नानक साहिब दी जोत सी, सह काया फेर पलटिया, ओही जोत इत्थे आ गुरु ग्रंथ साहिब महाराज जी दी बाणी। ते ओही विश्वास जो गुरु रामदास सच्चे पातशाह दे दर ते जाके सानू प्राप्त हुंदा, वो इत्थे भी हुंदा। पर साडी भावना चाहिदी है ना, उत्थे जाके साडा मन टिक जांदा है। असी आम गुरु घरां दे विच आउणे, उत्थे गुरु ग्रंथ साहिब ओही 1430 अंग, एक ओंकार तो लैके 18 10 20 तक बाणियां, अखर अखर ते साडा विश्वास चाहिदा। ते गुरु साहिब ने सानू ये समझाउणा कीता कि धन जिहड़ा सच्चा है, थाल विच 3 वस्तु पईओ, सत संतोख विचारो, अमृत नाम ठाकुर का पयो, जिसका सब सुधारो। जे को खावे जे को पुंचा, तिसका होए आधार। जिने चाखी सोई जाने, जो गूंगे की मिठाई। रतन लुकाया लुकै नाही, ये लुकदा नहीं, पर असी चक के नहीं देखिया। गुरु साहब की बाणी नूं जिवें आप पढ़ के आनंद नहीं लैंदे ना, उन्ना चिकर साडे जीवन का जिहड़ा वो पार तारा नहीं। वो गुरु साहब घट घट के जानत, अंतर की जानत। रारा अखर राखा, तू मेरा राखा सबनी थाई, जिहड़ा तेरी रख्या करदा, हर थां तेरी रख्या करदा। जेड़ी तुरनू राखे गुरु साहब ने राखी की, क्योंकि उठत सुखिया बैठत सुखिया, भौ नहीं लागे, जा ऐसे बुझिया राखा, एक हमारा स्वामी सगल कट के अंतर जामी। तू मेरा राखा सबनी थाई, वो सारे थां तेरी रख्या करता। हुण जदों तेनू जानदा भी है, तेरी राखी भी कर दिती, तो फिर उहदे सब कुछ है। दद्दा दाता एक है, सबको देवनहार, देंदे टोट ना आवई, अगंत परे भंडार। देंदा दे लैंदे थक पाहे, जुगा जुगंतर खाही खाए, हुक्मी हुक्म चलाए राहो, नानक विकसै बेपरवाहो। वो देंदा मनुख लैंदे लैंदे थक जाते ने। मनुख का विश्वास क्यों नहीं बनता? कई बार साडे भले लई गुरु साहब कोई कर्म करते ने, साडा विश्वास डोल जाता है। नारायण निंदस काहे भूली गवारी, दो कृत सो कृत थारो कर्मरी। दद्दै दोष ना देऊ, दोष कर्मा अपनिया, जो मैं कीता सो मैं पाया, दोष ना दीजे अवरजना। कादे लई दोष कढ़दा? किरत कर्म के विछड़े कर कृपा मेलो राम। असी तो परमात्मा तो आपदे कर्मा करके विछड़े आ। कर्मी आपो अपनी के नेड़े के दूर। जिन्हां ने परमात्मा का नाम जपया, गए मशक्कत घाल, नानक दे मुख उजले कीती छुट्टी ना। ते असी अपने कर्मा करके गुरु तो बख होए हैं, पर गुरु तेनू खेड़ दसदा पिया कि अपने कर्मां नूं सवारना किद्दां पिया। ते वो दातां दिंदा है। ते असी सुखमनी साहिब दे विच हर रोज पढ़दे हां ना, 10 वस्तु लै पाछे पावै, एक वास्त करन बखोट गवावै। मनुख नूं जिहड़ियां दातां दित्तियां, ये भी दात तेरी दातार। ये सारियां वस्तां किहने दित्तियां? तैनूं हत्थ पैर शरीर अंग। असी शुकराना करिया करिए। वो भी मनुख ने जिन्हां कोल रहण नूं छत नहीं, खाण नूं 2 वक्त दा भोजन नहीं, झूठे पत्तलां दे विचों भोजन भी छकदे पए ने, पाउण लई जुत्ते नहीं गर्मी दे विच, पाटे कपड़े ने। ते असी कई बार साडी गुरु साहब दे नाल असी उही नाराज जे हो जाने आ। गुरु साहब आ पता नहीं तुसीं की कर दिता। जिहड़ियां इन्नियां वस्तां दित्तियां, एक वास्त कारण मनुख की करदा? एक वस्तु कारण परमात्मा दे नाल रोसा करदा। एक पीना दे 10 पी हिरले तो मूड़ा कह काह करे। गुरु साहब कहंदे जेड़ी एक वस्त तेनू दित्ती है, वो भी ना देवे तू मंगदा पिया, ते जिहड़ियां 10 पहला वस्तुआं दित्तियां, तेनू सुंदर शरीर दिता, सब कुछ दिता, ते वो भी ना देवे, फिर तू मनुख की कर लेगा?
एक पीड़ा दे 10 भी हिरले, फिर मनुख की करेगा। तो मूड़ा कहो कहां करे, जिस ठाकर सो नाही चारा, ताकू कीजै सद नमस्कारा। ਜਿਹਦੇ ਪ੍ਰਮਾਤਮਾ ਕੋਲ ਸਾਡਾ ਚਾਰਾ ਹੀ ਨਹੀਂ ਚੱਲਦਾ, ਅਸੀਂ ਉਸ ਨੂੰ ਤਾਂ ਕੇਵਲ ਨਮਸਕਾਰ ਕਰਕੇ ਆਪਣੇ ਜੀਵਨ ਦਾ ਨਿਰਵਾਹ ਕਰ ਸਕਦੇ ਆ, ਉਸ ਨੂੰ ਬਸ ਦੇ ਵਿੱਚ ਕਿਵੇਂ ਕਰ ਸਕਦੇ ਆ। ਜ਼ੈਲ ਕਹਿੰਦੇ ਨਾ ਤੂੰ ਆਵੈ ਵਸ ਬਹੁਤ ਘਨਾਵਨੇ, ਨਾ ਤੂੰ ਆਵੈ ਬਸ ਵੇਦ ਪੜਾਵਨੇ, ਨਾ ਤੂੰ ਆਵੈ ਬਸ ਤੀਰਥ ਨਹਾਈ ਹੈ, ਨਾ ਤੂੰ ਆਵੈ ਬਸ ਧਰਤੀ ਧਾਈ ਹੈ। ਫਿਰ ਬੱਸ ਦੇ ਵਿੱਚ ਕਿਵੇਂ ਆਉਂਦਾ? ਧੀਰਤਾਂ ਤੇ ਨਹਾਉਣਾ ਨਹੀਂ, ਮਾਇਆ ਭੇਟਾ ਕਰਨਾ ਨਹੀਂ ਬੱਸ ਦੇ ਵਿੱਚ ਆਉਂਦਾ। ਫਿਰ ਮੈਂ ਕਰਮ ਕੀ ਕਰਾਂ? ਨਾ ਵੇਦ ਬਾਣੀ ਪੜ੍ਹ ਕੇ ਵੀ ਬੱਸ ਦੇ ਵਿੱਚ, ਬਾਣੀ ਪੜ੍ਹਨ ਦਾ ਮਤਲਬ ਇਹ ਨਹੀਂ, ਗੁਰੂ ਸਾਹਿਬ ਕਹਿੰਦੇ ਅੰਦਰੋਂ ਜੇ ਬਾਣੀ ਮਨ ਟਿਕਾ ਕੇ ਤੇ ਇੱਕ ਬੱਧਾ ਚੱਟੀ ਹੁੰਦਾ, ਟਾਈਮ ਪਾਸ ਕਰ ਲਿਆ ਜੀ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਪੁਕਾਰ। ਸਾਹਿਬ ਕਹਿੰਦੇ ਫਿਰ ਮੇਰੇ ਜੀਵਨ ਦਾ ਲਕਸ਼, ਫਿਰ ਮੈਂ ਕਰਾਂ ਤਾਂ ਕਰਾਂ ਕੀ? ਸਭ ਕੋ ਤੇਰੇ ਵਸ ਅਗਮ ਅਗੋਚਰਾ। ਸਾਰਿਆਂ ਨੂੰ ਸੰਸਾਰ ਦੀ ਖੇਡ ਹੈ, ਪ੍ਰਮਾਤਮਾ ਸਾਰੇ ਤੇਰੇ ਵਸ ਦੇ ਵਿੱਚ ਨੇ। ਮਨੁੱਖਾਂ ਦੇ ਜਿਵੇਂ ਤੂੰ ਚਾਹੁੰਦਾ ਉਵੇਂ ਹੁੰਦਾ ਹੈ। ਮਨੁੱਖ ਸੋਚਦਾ ਮਤਾ ਕਰੇ ਪੱਛਮ ਕੇ ਤਾਈ, ਪੂਰਬ ਹੀ ਲੈ ਜਾਤ, ਜੋ ਅਨੁਰੂਪਿਓ ਠਾਕਰ ਮੇਰੇ ਹੋਏ ਰਹੀ ਸੰਬਾਤ। ਤੇ ਮਨੁੱਖ ਤਾਂ ਕੁਛ ਸੋਚਦਾ ਹੋਰ ਹੈ ਤੇ ਹੁੰਦਾ ਕੁਛ ਹੋਰ ਹੈ। ਪਰ ਕਿਹੜੇ ਪ੍ਰਮਾਤਮਾ ਦੇ ਢੰਗ ਵਰਤਾਂ ਕਿ ਮੇਰੇ ਪ੍ਰਮਾਤਮਾ ਬਸ ਦੇ ਵਿੱਚ ਆ ਜਾਏ। ਲਾਲਨ ਰਾਵਿਆ ਕਵਣ ਗਤੀ ਰੀ, ਸਖੀ ਬਤਾਵੋ ਮੁਝੇ ਮਤੀ ਰੀ, ਸੂਬ ਸੂਬ ਸੂਬੀ ਆਪਣੇ ਪ੍ਰੀਤਮ ਕੇ ਰੰਗ ਰਤੀ। ਉਹ ਕਿਹੜਾ ਗੁਣ ਹੈ ਕਿ ਮੈਂ ਪ੍ਰਮਾਤਮਾ ਦੇ ਰੰਗ ਨੂੰ ਆਪਣੇ ਨਾਲ ਚੜਾ ਲਵਾਂ। ਤੇ ਜਿਹੜਾ ਲਾਲ ਰੰਗ ਤਿਸ ਕੋ ਲੱਗਾ, ਜਿਸਕੇ ਵਡਭਾਗਾ, ਮਹਿਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਬਾਬਾ ਫਰੀਦ ਸਾਹਿਬ ਜੀ ਅੱਗੇ ਫਿਰ ਸਾਨੂੰ ਇਹ ਜਵਾਬ ਦਿੰਦੇ ਪਏ ਨੇ, ਨਿਵਨ ਸੋ ਅੱਖਰ ਖਵਣ ਗੁਣ, ਜਿਹਵਾ ਮਨੀਆਂ ਮੰਤ, ਇਤਰੇ ਭੈਣੇ ਬੇਸ ਕਰ, ਤਾਂ ਬਸ ਆਵੀ ਕੰਤ। ਤਿੰਨ ਕੰਮ ਨੇ, ਇੱਕ ਨਿਵਕੇ ਰਹਿਣਾ, ਮਤ ਹੁੰਦੀ ਹੋਏ ਇਹ ਆਣਾ, ਤਾਣ ਹੁੰਦੇ ਹੋਏ ਨਿਤਾਣਾ। ਬਸ ਤੈਨੂੰ ਜੇ ਕੋਈ ਦੁਨੀਆ ਦੀਆਂ ਬੜਿਆਈਆਂ ਮਿਲੇ ਤਾਂ ਵੀ ਤੂੰ ਗੁਰੂ ਦੇ ਅੱਗੇ ਨਿਤਾਣਾ, ਮਾਣ ਗੁਰੂ ਦੇ ਨਾਲ ਕਰਕੇ। ਇਹ ਅੱਖਰ ਹੈ ਕਿ ਪ੍ਰਮਾਤਮਾ ਦਾ ਹੁਕਮ ਮੰਨਣਾ, ਮਿੱਠਾ ਬੋਲਣਾ, ਨੀਵਾਂ ਚੱਲਣਾ। ਬਸ ਸਿੱਖ ਦਾ ਜੀਵਨ ਇਹੀ ਹੈ। ਜੇ ਸੁਖ ਦੇ ਤਾਂ ਤੁਝੇ ਇਰਾਦੀ, ਦੁੱਖ ਵੀ ਤੁਝੇ ਤੇ ਆਈ। ਦੁੱਖ ਸੁਖ ਦੋਨੋਂ ਸਮ ਕਰ ਜਾਣਾ, ਨਾਹੇ ਮਾਨ ਉਪਮਾਨਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨਾ। ਇਹ ਜੀਵਨ ਹੈ ਜਿਹੜਾ ਸਮ ਦੋਨੇ ਅਵਸਥਾਵਾਂ ਦੇ ਵਿੱਚ, ਨਾ ਬਾਹਲੀ ਖੁਸ਼ੀ ਨਾ ਗਮੀ। ਤੇ ਸਾਹਿਬ ਕਹਿੰਦੇ ਫਿਰ ਜਿਹੜਾ ਉਹ ਦਾਤਾਂ ਦਿੰਦਾ ਨਾ, ਜਿਹਨੂੰ ਪ੍ਰਮਾਤਮਾ ਦੇ ਅੱਗੇ ਅਸੀਂ ਚਾਰਾ ਹੀ ਨਹੀਂ ਕਰ ਸਕਦੇ, ਦੱਸਦਾ ਤੇ ਦੁਆ ਸੱਸਾ ਸਮਰੱਥ ਹੈ। ਤੂੰ ਸਮਰੱਥ ਅਕਤ ਅਗੋਚਰ, ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ ਨਾਮ। ਇਹ ਅਰਦਾਸ ਦਾ ਮੋਟਾ ਜਿਹਾ ਭਾਵ ਹੈ। ਜੇ ਅਸੀਂ ਬਾਣੀ ਦੇ ਅੱਖਰ ਅੱਖਰ ਨੂੰ ਸਮਝਾਂਗੇ, ਅਰਦਾਸ ਅਸੀਂ ਕਿਸੇ ਕੱਚੇ ਗੁਰੂਆਂ ਤੇ ਨਹੀਂ ਜਾਵਾਂਗੇ। ਗੁਰੂ ਸਾਹਿਬ ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੁਆ। ਅਸੀਂ ਆਪਣੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰਦੇ ਹਾਂ, ਤੇ ਸਾਡਾ ਜੀਵਨ ਗੁਰੂ ਸਾਹਿਬ ਕਹਿੰਦੇ ਤਾਂ ਹੀ ਹੈ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਕੋਲ ਕਹਿਣ ਲੱਗੇ ਤੂੰ ਤਿੰਨ ਕਰਮ ਕਰਨੇ ਨੇ। ਕਹਿਣ ਲੱਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਤੇਰਾ ਵਪਾਰ ਬਹੁਤ ਚੱਲੇਗਾ, ਨਾਲ ਤੂੰ ਆਪਣੇ ਜੀਵਨ ਦਾ ਵਪਾਰ ਕਰਨਾ। ਪਹਿਲੇ ਨੰਬਰ ਤੇ ਕੀ ਕਰਮ ਕਰਨਾ ਕਿ ਪਹਿਲੇ ਨੰਬਰ ਤੇ ਤੂੰ ਅੰਮ੍ਰਿਤ ਵੇਲਾ ਕਦੇ ਨਹੀਂ ਖਿਜਾਉਣਾ। ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ। ਜੇ ਅੰਮ੍ਰਿਤ ਵੇਲਾ ਖੁੰਝਦਾ, ਪ੍ਰਮਾਤਮਾ ਤੇਰੇ ਤੋਂ ਨਾਰਾਜ਼ ਹੋ ਜਾਂਦਾ। ਗੁਰਮੁਖ ਜਾਗ ਰਹੇ ਚੁੱਕੀ ਅਬਮਾਨੀ ਰਾਮ। ਤੇ ਅੰਮ੍ਰਿਤ ਵੇਲਾ ਕਦੇ ਨਹੀਂ ਖਿਜਾਉਣਾ। ਦੂਸਰੇ ਨੰਬਰ ਤੇ ਕੇਸ ਗੁਰੂ ਦੀ ਮੋਹਰ ਹੈ, ਕੇਸਾਂ ਨੂੰ ਕਦੇ ਦਾਗ ਨਹੀਂ ਲਾਉਣਾ, ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਕਿਉਂਕਿ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਗੁਰੂ ਅਕਾਲ ਪੁਰਖ ਦਾ ਸਰੂਪ ਇਹੀ ਹੈ
सोहणे नक जिन लमड़े वाला, साबत सूरत दस्तार सिरा। जिन्ने भी पीर पैगंबर पुराने होए ने सारियां बल देखियो, सारे केसाधारी होए ने। कुदरत दी एक गुरु दी मोहर है, सिख दी निशानी है। ते केसां दी बेअदबी नहीं करनी। ते तीजे नंबर ते है कि जिहड़ा सिख दा घर हुंदा ना हिरदा, वो बड़ा ही दयालु है। सिख किसी का दुख नहीं वेखदा, किसी की मदद करता। तो घर विच तेरे कोई भी लोड़वंद आ जावे, तू उसकी मदद करनी है। गुरु नानक साहब का खाता लाउणा, दसबंध की कमाई असीं नेक कम्मां ते लाओ। अपने जीवन के अंदर 10वां हिस्सा गुरु साहब ने सानू कमाई का कढ़ण नूं कहा, दसबंध। घर विच कोई भुखा ना जावे। पुरातन समयां दे विच जदों गुरु घरां दे विच सिख दे लंगर वरतदा सी, बनदा सी, अरदास करके सिख सकदा सी, ते एक आवाज़ दिंदा सी कि कोई है, तो गुरु का लंगर तैयार है। क्योंकि सिख का ही हिरदा जिहड़ा ना, वो गुरु का जिहड़ा मूँह है। गुरु पंचम गुरदेव जी ने जो आदि ग्रंथ साहब का संकलन किया ना, बाणी काव रूप है, तो सिखा सिख कहन लगे सच्चे पातशाह बाणी की इदां दा समझ नहीं आती जे तुसी अर्थ भी कर जाते। साहब कहते जदों सिख मेरा गुरबाणी पढ़ के उस अनुसार जीवन जीवेगा, वह जीवन ही गुरबाणी हो जाएगा, तो सिख मेरे सिख का जीवन ही गुरबाणी के अर्थ हो जाएगा, होर कोई अर्थ करने की लोड़ नहीं। ते उस करके हुण जिहड़ा गुरु साहब की कृपा दे नाल व्यापारी का बड़ा व्यापार चलिया। बड़ा उसने जिहड़ा पहला सब कुछ है, जो माया बहुत ही आ जाए ना, मनुख नूं कई बार भटक जाता है। हुण बड़ा मनुख बन गया। उस समय राजधानी देश की दिल्ली सी, दिल्ली विच जाके व्यापार करन लग्या। गुरु साहब की ऐसी कृपा हुई, ज्यों ज्यों गुरु का नाम रहा, क्योंकि सच्चा धन गुरमती पाए। जेड़ा सच्चा धन है ना, ये जेड़ा धन दौलत ताई सखने ने जे तेरे गुरु दे नाम तेरे अंदर है। सब तो पहला असी हर के नाम के व्यापारी, हीरा हाथ चढ़ियो नरबोल छूट गई संसारी, कि नहीं वांझिया काशी तांबा, कि नहीं लौंग सपारी, संत्यो वंझिया नाम गोविंद का, ऐसी खेप हमारी। गुरदे सिख ने तो नाम का धाना जिहड़ा ना, ये मनुख नूं कदे भी गवाचदा नहीं तो इसनूं जिहड़ा पंच चोर मिल लागे नगरिया, ये जिहड़ा पंच चोर है ना, इसनूं लुट रहा, मारे लूटे नीत नीत, किस आगे करी पुकार जना, ये जीवन दे बेकार। पर जे बाणी आ गई, बाणी का धाना आ गया, ये कदे गवाया नहीं जाता, ये कदे खत्म नहीं होना। तो गुरु साहब ने क्या कोई गल नहीं, व्यापार चलिया, बाणी पढ़ता रहा। हुण गुरु साहब की की खेड वापरती है। दूसरे गुरु रामदास सच्चे पातशाह के दर ते एक गरीब सिख आया, कहन लग्या सच्चे पातशाह मेरी बेटी की शादी है, मेरे घर विच देने वास्ते मैनूं कुछ नहीं, मैनूं पता लगे है गुरु की गोलक जिहड़ा गरीब का मूँह है, किरपा करो सच्चे सतगुरु, मैं तुहाडी शरण दे विच आया, मेरी लाज रख लो। ये ना होवे कि मेरी बेटी की जिहड़ी बरात है वो बरंग मुड़ जाए। तो सच्चे सतगुरु कहन लगे जो गुरु के शरण दे विच आंदा ना, जो शरण आवे तिस कंठ लावे। ये बेटी हुण तेरी नहीं, भावनी भावना की गल है, गुरु की बेटी है। कहन लगे जा दिल्ली दे विच साडा बहुत बड़ा व्यापारी रहता है, एड्रैस लियाओ, तेनू जिहड़ी है बड़ी तेरी बेटी की शादी धूम धाम नाल कीती जावेगी। हुण कई दिन विचारा पुछदा पछांदा दिल्ली पहुंचिया। हुण उधरले पासे जिहड़ा व्यापारी सी उसनूं माया दे विच इन्ना अंधा हो चुकिया, क्योंकि माया धारी अत अन्ना बोला, शब्द ना सुनई बहरोल कचोला। वो फिर शब्द नूं कित्थे सुणदा। हुण नौकर चाकर रखे गए, सिक्योरिटी गार्ड रखे गए, एहलकार रख ले, कई दिन 2-3 दिन उसनूं जिहड़ा टाइम ना मिलिया दिता। जदों क्या धक्के ने नाल उसनूं मार मार के बाहर कढ़। एक दिन व्यापारी बाहर निकलिया, कहने लगा की आ तू नित्ती आ जाना,
मूँह चक के कह लग्या मैनू गुरु रामदास जी ने भेजिया कि जिहड़ा गुरु नानक दर दा खाता सी उन्होंने ये बेनती की है कि उस खाते दे विचों मेरी बेटी की शादी कर दी जाए। ते मेरे उन्हों का यह हुक्म है। कह लगा किहड़े गुरु रामदास माया धारिया तह ना बोला। हुण जो फिर सत्कार भी कह लगे जी अच्छा अच्छा कह लगे वो तो गुरु नानक का खाता मैं कदों का बंद कर चुका। जेड़े जिन्ने पता नहीं किन्ने कसे खा के जेड़े गुरु ने मैनू 2 टके दिते सी वो तो कदों दे खत्म हो चुके, मैं तो ब्याज समेत भी मोड़ चुका। मनुख आप ही सोचता ना, मनुख जो करदा ना, जे मनुख सोचता है कि आ सब कुछ मैं किया, जो परमात्मा नूं कहंदा जे मैं आपदी मेहनत ना कीता है जी, जे परमात्मा दा जिहड़ा कोई गलत कर्म कर दे फिर वो सोचता भी परमात्मा ने किया। मनुख सोचता इस करके परमात्मा नूं मनुख ये लैंदा लोगों राम खिलाउणा जाना। जे कोई परमात्मा तो असीं दातां मंग के अरदास बेनती करते हैं तो मनुख सोचता नहीं मैं आपकी मेहनत ना सब कुछ किया। तो उसने कहा गुरु नानक का खाता कदों का बंद हो चुके वो तो टके हुण ये मैं अपनी मेहनत के नाल बनाया, आए तो तेरे वर्गे कई सौ गरीब आउणगे, मैं किनू किनू लुटाई जावांगा। सब कुछ बाणी चली गई तो मनुख की मत बच जाती है। तो धन जिहड़ा वो बहुत आउण लग जाए तो मनुख कमला हो जाता है, तो बराना जा हो जाता है। तो गुरु रोंदा रोंदा गुरु रामदास के चरणों में आ गया। कह लग्या सच्चे सतगुरु उसने मेरी मदद नहीं की। आ जिहड़ी गल तुहाडे लई कही है, गुरु रामदास सच्चे पातशाह ने एक ही वचन किया, तेरी बेटी की शादी गुरु की गोलक दे विचों होवेगी धूम धाम ना, पर जिने गुरु नानक का खाता बंद किया अज गुरु नानक के दर तो वह खाता बंद हो गया। पर जिहदे दर तो जिथों गुरु साहब ने खाता बंद कर दिया फिर उसका कख नहीं रहिंदा। हुण कुछ दिनों में गुरु की खेड़ की वापरदी है, तो वह गुरु की खेड़ ऐसी वापरी कि वह व्यापार डाउन होने लग गया। कुछ दिनों के सड़क पर आ गया तो कोड़ का रोगी हो गया। एक गुरबाणी जिहड़ी है मोहर लाउंदी है कि बाणी तो टुटिया मनुख कोड़ दा, जिस सत्ते बलवंड नूं भी कोड़ का रोग होया सी क्योंकि वह गुरु घर तो बेमुख होए सी। ते गुरु साहब कहंदे जै तन बाणी बिसर जाए त्यों पक्का रोगी बिल लाए। इस तरह कोड़ का रोगी बिलकदा है ते जिन्हां दे अंदरों बाणी टुट जाती है। तो गुरु साहब ने तेन एक ही तदीक की है, हर का नाम ध्याए कै हो हरिया भाई करमल खंते पाई है, ये रुत सहाई तेरे अंदर सदा ही बसंत बनी रहेगी। ये रुत सहाई बन त्रित्रपण मोलिया अंदर का शरीर अमृत फल पाई मिल साधु सुख उपजै, लथी सब सहाई नानक सिमरे एक नाम, बहुण न ताई अखी कुदरत कन्नी बाणी मुख आखण सच नाम, पत का धन पूरा हुआ जा लागा सहज ध्यान। ते अपने अखां दे नाल कुदरत नूं देख अकाल पुरख दी ते कन्नां दे नाल बाणी नूं पढ़ सुन, क्या तेरे शरीर का आनंद बनेगा। अंदर नूं सवार हर मंदिर है शरीर है हर बसे जिस माए, ते इस दे अंदर परमात्मा दा वास है। फरीदा जंगल जंगल क्या पवै बन कंडा मोड़े, बसी रब हयाली है बाहर क्या ढूंढे, काहे रे बन खोजन जाई सर्व निवासी सदा लेपा तो ही संग समाए। तेरे अंदर है बाहर किथे पा। तो साहब ने उसनू रोग हो गया कोड़ का। हुण सिख का जीवन भी ऐसा परोपकारी है, सत्ता बलवंड नूं गुरु के हुक्म की अदूली करके भाई लद्दा आप गधे ते सवार होकर मूँह काला करके गया सी माफी मंगाउण दे लई। हुण सड़क ते आ गया, रोंदा फिर कोई मदद नहीं करता, क्योंकि जिन्ना टाइम मनुख कोल ना पैसा धन दौलत उदों ही सब कुछ हुंदा है, नहीं तो फिर संग सखा सब तज गए कहू ना निभो साथ। ते फिर की है सारे साथ छड़ जाते ने। नानक एह बिपत में टेक एक रघुनाथ, तो ये टेक दे अंदर उस परमात्मा की टेक ही लेंदे है। तो गुरु साहब ने जो क्या तो कोड़ का रोगी हो गया सब कुछ खत्म हो गया,
पर एक सिख दे पुकार सुनी सिख ने गुरु रामदास के चरणों के विच लिया। हुण किहड़े मूँह ना जावे, कोई हल नहीं। कई दिन हो गए लंगर दे विच सेवा करदा है। गुरु साहब किन्ने दयालु ने, देखिया आप चल के गए, भाई तू बड़ी सेवा करदा, मंग की मंगदा है? चरणों दे विच ढह पै रोन लग गया, सच्चे पातशाह किरपा कर, मैनू ऐसा धन ना दे जिस धन करके मैं तैनू भुल जावां, किरपा करके मैनू नाम दा धन दे, साचा धन गुरमती पाए। ये ना होवे कि जिहड़े धन करके मैं तैनू भुल जावां ते मैनू केवल तेरे नाम दा धन दे। साहब कहंदे काचा धन सांचे मूर्ख गावार, ये मूर्ख लोग है, कच्चे धन दे मगर भजदे फिरदे ने। मनमुख भूले अंध गवार, वो गुरु तो बेमुख हो के जिहड़े आ अपने मन के पिछे तुरन वाले मनुख आ, जिहड़े माया के मोह विच अन्ने होए रहिंदे आ। सच्चे धन दा नाम दा वपार करन आए आ। साहब कहंदे जिनके चिट्ठ कटोर है से बाहे ना सतगुर पास, क्यों उत्थे सच वरतदा कुड़ियारा चित्त उदास। जे कल हुण बह भी जान, ओए वल छल कर चत कढ़ दे, फिर जाए रले कुड़ियारा पास, फिर उन्हां दी हालत ही हो जाती है। विख्या कि धन सदा दुख होए, जिहड़ा हुण किसे पराया धन है ते जिहड़ा माया धन दे नाल दुख मिलदा। माया ये नहीं जे साडा लालच है, भुखे भगत ने कीजे कंसैप्ट भी मन दे विच रखना, पर सिख दा जीवन गुजारे जोगा जो। साहब कहंदे फरीदा रुखी सुखी खाए कर ठंडा पानी पियो, देख पराई चोपड़ी ना तरसाए जीव। अपने मन दे बेग नहीं मेरे कोल होर हो जावे, ये नहीं। साहब कहंदे दोने तरह के मनुख रोंदे ने, जिस ग्रह बहुता तिस ग्रह चिंता, जिस ग्रह थोड़ी सो फिरे मनता। हुण जिन्हों बहुता ताना उन्होंने लगता भी मैनू चोरी ना करके लै जाए। बड़े वड्डे लोग आ ना, वो सोचते आ कि मैनू कोई मार ना देवे। हर वक्त चिंता, ऐसे चिंता दे विच मनुख जलदा पिया। जिस ग्रह थोड़ी सो फिरे पर मनता, जिन्हें थोड़ा बहुता वो भजदा फिरदा मैनू होर धन मिल जे, मेरा जीवन का गुजारा हो जाए। दोहों व्यवस्था तेजो मुक्ता। गुरु साहब ने कहा इन्हां तो उपर उठ सोई सहेला भाली है। दोनों व्यवस्था तो जो मनुख उपर उठता है उहदा ही साहब कहते सोई सहेला, उही जिहड़ा खुश है मनुख, अपने जीवन नूं तू खुश बना। विख्या कि धन सदा सुख दुख होए, ना साथ जाए ना प्राप्त होए। साथ किसी ने नहीं जाना, तेरे केवल साथ जाना परमात्मा दे नाम दा धन। साचा धन गुरमती पाए, ते जिहड़ा काचा धन फुनियावा जाए। सच्चे नाम दे कदे तेरा जिहड़ा जीवन दे विच परमात्मा दे नाम दा धन है ना, ये गुरु दी मत, गुर की मत तू लेह आने, भगत बिना बहुत डूबे सियाने। ये सच्चे सतगुरु दी मत दे नाल तैनूं मिलदा है। मत विच रतन जवाहर मानक, जे एक गुर की सिख सुनी ते गुरु कदे फिर चोरी नहीं हुंदा ना गवाचदा। ते काचा धन फुनियावा जाए, ते कच्चा धन पैसा कदे आ गया जा वड़िया, नुकसान भी हुंदा। मनमुख भूले सब मरे गवार, ते फिर मनुख है जिहड़ा ये जमदा मरदा रहिंदा, इहदी तृष्णा दे विच उठदा रहिंदा है। ते वो जिहड़ा भवजुल डुबे ना उर वार ना पार, वो फिर ना इधर दा ना उधर दा हुंदा। भवजुल संसार सरोवर दे विच डुब के रह जांदा, ना परमात्मा वाले पासे हुंदा। दोहां बेड़ियां दे विच पैर धरन वाला मनुख डुबिया। सतगुर पूरे भेटे भाग, ते गुरु सतगुरु साहब कहंदे पूरे भाग दे नाल ही सानू सच्चा सतगुरु मिलदा। साच रते ऐनिस वैराग, ते वो सदा ही जिहड़ा परमात्मा दे नाम धन दे विच सदा मगन लैंदा। चौं युग में अमृत साची बाणी, पूरे भाग हर नाम समानी। चारे युगां दे विच बाणी दा प्रकाश है, क्योंकि इस गुरबाणी इस जग में चानन करम बसे मन आए। ते पूरे भाग हर नाम समानी। पूरे गुरु की किरपा दे नाल साडी किस्मत दे विच ओ किनका बाणी दा सानू मिल जांदा। सिद्ध साधक तरसे सब लोए, पूरे भाग प्राप्त होए। जिन्हां नूं सिद्ध साधक जिहड़े वड्डे वड्डे पूजा करन वाले भी तरसदे ने ना, जोगी साधना कर करके वो भी ते गुरु साहब कहते तेन सौखा जा कर्म बाणी पढ़ के पूरे भाग गुरु की कृपा दे नाल प्राप्त होना। सब किस साचा साचा है सोए, उत्तम ब्रह्म पछाणे सोए। परमात्मा का जिहड़ा धाना वो सदा ही पवित्र जी की रूह हो जाती है। बाणी पढ़ के गुरबाणी पढ़ सुन मैल गवाए,
ਤੇ ਉਸ ਨੂੰ ਹਰ ਰੂਪ ਦੇ ਵਿੱਚ ਪ੍ਰਮਾਤਮਾ ਦਿਸਦਾ ਹੈ ਤੇ ਉਹ ਹਰ ਪਾਸੇ ਪ੍ਰਮਾਤਮਾ ਨੂੰ ਦੇਖਦਾ। ਜੈ ਜੈ ਪੇਖੋ ਤਹਿ ਹਜੂਰ, ਦੂਰ ਕਤਹਿ ਨਾ ਜਾਏ। ਸੱਚ ਸਾਚਾ, ਸੱਚ ਆਪ ਦ੍ਰਿੜਾਏ, ਨਾਨਕ ਆਪੇ ਵੇਖੇ ਸੱਚ ਲਾਏ। ਤੇ ਉਹ ਫਿਰ ਸੱਚੇ ਨਾਮ ਦੇ ਨਾਲ ਜੁੜ ਕੇ ਸੱਚੇ ਪ੍ਰਮਾਤਮਾ ਦੇ ਅੰਦਰ ਆਪਣੇ ਜੀਵਨ ਨੂੰ, ਹਿਰਦੇ ਵਿੱਚ ਨਾਮ ਨੂੰ ਪੱਕਾ ਕਰਦਾ ਤੇ ਹੇ ਨਾਨਕ ਉਹ ਸਭ ਦੀ ਪ੍ਰਮਾਤਮਾ ਸੰਭਾਲ ਕਰਦਾ ਤੇ ਉਹ ਸਦਾ ਸਿਰ ਜਿਹੜਾ ਜੀਵਨ ਨੂੰ ਨਾਮ ਬਖਸ਼ਿਸ਼ ਕਰਦਾ। ਇਹੀ ਅਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਦਾ ਨਾਮ ਜਪੀਏ, ਕਿਉਂਕਿ ਤੇਰੇ ਘਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਸਾਡੀ ਗੁਰੂ ਸਾਹਿਬ ਨੇ ਕਿਰਪਾ ਦੇ ਨਾਲ ਰੱਖ ਲੈਣਾ, ਤਾਂ ਹੀ ਸਾਡੇ ਲੋਕ ਸੁਖੀਏ। ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਬਾਤ ਹੋ ਜਾਵੇਗੀ। ਸੋ ਇਤਨੀਆਂ ਕਿ ਬੇਨਤੀਆਂ ਪ੍ਰਵਾਨ ਹੋਈਆਂ, ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਕਰਨੀ। ਦਿਓ ਜੀ ਅਸੀਸ, ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਸਿਤੀ, ਮਨ ਬੱਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਨ ਆਈਆਂ। ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਾ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਰਨਾਲੇ,